ਪਰਮ ਸਤਿਕਾਰ ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਵਿੱਚੋਂ ਅੱਜ ਸਾਖੀ ਆਰਤੀ ਸੋਹਲੇ ਦੀ ਚੱਲੀ। ਉਹ ਸਾਖੀ ਨੂੰ ਵਿਚਾਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਗੁਰੂ ਨਾਨਕ ਜੀ ਸ੍ਰੀ ਨਿਰੰਕਾਰ ਦੇ ਧਿਆਨ ਵਿੱਚ ਬੈਠੇ ਹੋਏ ਸਨ। ਨਿਰੰਕਾਰ ਦੀ ਜੋਤ में ध्यान लगा होया सी। तिस निरंकार दी कुदरत को देखकर विस्माद बलिहार होए रहे सन। इतने में क्या कौतक देखण, जो संसार दी बाबत हुक्म होया। नानक जी संसार को किछ खबर नाही, जो क्या वरतारा वरतदा है। ਅਤੇ ਸ੍ਰੀ ਪਰਮੇਸ਼ਰ ਜੀ ਦੀ ਦਰਗਾਹ ਵਿੱਚ ਪੁੰਨ ਪਾਪਾਂ ਦੇ ਦਫ਼ਤਰ ਲਿਖੀਦੇ ਹਨ। ਪਾਪਾਂ ਕੋ ਸਜਾਏ ਲਿਖੀਦੀ ਹੈ, ਪੁੰਨਾਂ ਕੋ ਬਖਸ਼ੀਸ਼ ਲਿਖੀਦੀ ਹੈ। ਪਰ हे ਨਾਨਕ ਜੀ, ਸੰਸਾਰ ਪਾਪਾਂ को ही लगा है। इस कौतुक को देखकर गुरु नानक जी के मन में मेहर आई। ਇਹ ਬਾਤ ਬਾਬੇ ਨਾਨਕ ਜੀ ਦੇ ਮਨ ਵਰਤਨੇ ਨਾਲ ਸ੍ਰੀ ਨਿਰੰਕਾਰ ਜੀ ਕਿਹਾ, ਹੇ ਨਾਨਕ ਜੀ, ਮੈਨੂੰ ਤਾਂ ਕੋਈ ਜਾਣਦਾ ਸਿਮਰਦਾ ਨਹੀਂ, ਅਰ ਸਭ ਕੋਈ ਮਾਇਆ ਦੇ ਮਗਰ ਲੱਗ ਰਿਹਾ ਹੈ। ਤਾਂ ਹੀ ਦੁੱਖ ਸੰਸਾਰ ਦੇ ਵਾਸਤੇ ਤਿਆਰ ਕੀਤੇ ਹਨ। ਪਰਮੇਸ਼ਰ ਜੀ ਦੀ ਆਗਿਆ ਹੋਈ, ਅਰੇ ਦੁੱਖ ਤੂੰ ਸੰਸਾਰ ਨੂੰ ਕਿਹੀ ਪੀੜਾ ਲਾਵਣੀ ਹੈ। ਜੋ ਜਿਉ ਬਹੁਤ ਵਿਰਲਾਪ ਕਰਨ, ਤਾਂ ਦੁੱਖ ਨੇ ਕਿਹਾ ਭਲਾ ਜੀ, ਜਿਉ ਤੇਰੀ ਆਗਿਆ ਹੋਵੇ ਤਿਉਂ ਹੀ ਮੈਂ ਕਰਾਂਗਾ। ਤਾਂ ਸ੍ਰੀ ਗੁਰੂ ਜੀ ਨੇ ਬੇਨਤੀ ਕੀਤੀ ਸ੍ਰੀ ਨਿਰੰਕਾਰ ਜੀ ਦੇ ਅੱਗੇ, ਜੋ ਹੈ ਪਾਰ ਬ੍ਰਹਮ ਜੀ ਸੰਸਾਰ ਤਾਂ ਸਭ ਪਾਪਾਂ ਹੀ ਕੋ ਲਾਗ ਰਹਾ ਹੈ, ਅਤੇ ਤੁਮ ਕੋ ਵਿਚਾਰ ਛੱਡਿਆ ਹੈ, ਤੁਮ ਕੋ ਵਿਸਾਰ ਛੱਡਿਆ ਹੈ। ਤਾਂ ਹੀ ਤੇ ਤੁਸਾਂ ਦੁੱਖ ਕੋ ਤਿਆਰ ਕੀਤਾ ਹੈ। ਪਰ ਜੀ ਤੁਸਾਂ ਕੁਛ ਸੰਸਾਰ ਦੀ ਬਾਬਤ ਮਿਹਰਬਾਨ ਹੋਣਾ, ਕਿਉਂ ਜੋ ਇਹ ਜੀਓ ਸਭ ਤੇਰੇ ਬਣਾਏ ਹਨ। ਆਪਣੇ ਬਣਾਇਆਂ ਦੀ ਲਾਜ ਹੈ, ਇਹਨਾਂ ਜੀਵਾਂ ਨੇ ਤੁਹਾਨੂੰ ਵਿਸਾਰਿਆ ਹੈ। ਪਰ ਤੁਸਾਂ ਇਹਨਾਂ ਕੋ ਨਹੀਂ ਵਿਸਾਰਨਾ। ਕਈ ਜੀਵਾਂ ਕੋ ਆਪਨੇ ਰੱਖ ਲੈਣਾ ਜੀ। ਤਾਂ ਸ੍ਰੀ ਗੁਰੂ ਨਿਰੰਕਾਰ ਜੀ ਨੇ ਕਿਹਾ, ਨਾਨਕ ਜੀ, ਮੈਂ ਕਿਆ ਮਿਹਰਬਾਨ ਹੋਵਾਂ, ਜਿਸ ਕੋ ਤੋਂ ਤਾਂ ਮੈਂ ਲੱਖ ਕਰੋੜੀ ਮਾਇਆ ਦਿੱਤੀ ਹੈ, ਅਤੇ ਜੋ ਕੁਛ ਉਹੀ ਕਹਿੰਦੇ ਹਨ ਸੋਈ ਮੈਂ ਉਹਨਾਂ ਦਾ ਆਖਿਆ ਕਰਦਾ ਹਾਂ। ਤਾਂ ਉਹ ਮੇਰਾ ਨਾਮ ਕਦੇ ਵੀ ਨਹੀਂ ਜਪਦੇ, ਸਗੋਂ ਉਹ ਮੈਨੂੰ ਜਾਣਦੇ ਵੀ ਨਹੀਂ। ਸਗੋਂ ਉਹ ਆਖਦੇ ਹਨ, ਜੋ ਕੁਛ ਕਰਦੇ ਹਾਂ ਸੋ ਅਸੀਂ ਹੀ ਕਰਦੇ ਹਾਂ, ਸਾਡਾ ਹੀ ਕੀਤਾ ਸਭ ਕੁਛ ਹੁੰਦਾ ਹੈ। ਉਹ ਅੱਠੇ ਪੈਰ ਐਸਾ ਹੀ ਕਹਿੰਦੇ ਹਨ। ਪਰ ਜਾਂ ਮੈਂ ਉਹਨਾਂ ਕੋ ਨੰਗ ਭੁੱਖ ਦੀ ਪੀੜਾ ਲਾਵਾਂਗਾ, ਤਾਂ ਉਹ ਮੇਰੇ ਨਿਮਿਤ ਕੁਛ ਦਾਨ ਪੁੰਨ ਕਰਨਗੇ, ਅੱਗੇ ਮੈਨੂੰ ਜਾਣਨਗੇ ਵੀ ਅਤੇ ਯਾਦ ਵੀ ਕਰਨਗੇ। ਹੇ ਨਾਨਕ ਜੀ, ਸੰਸਾਰ ਤਾਂ ਸਭ ਸਵਾਦਾਂ ਵਿੱਚ ਹੀ ਲੱਗ ਰਿਹਾ ਹੈ। ਮੇਰੇ ਅਰਥ ਇੱਕ ਕੌਡੀ ਵੀ ਨਹੀਂ ਦੇ ਸਕਦੇ। ਅਤੇ ਸੁਣ ਨਾਨਕ ਜੀ, ਅਜੇ ਤਾਂ ਇਹਨਾਂ ਪ੍ਰਾਣੀਆਂ ਦੀ ਥੋੜ੍ਹੀ ਆਰਜਾ ਹੈ, ਤਾਂ ਵੀ ਮੈਨੂੰ ਕੋਈ ਨਹੀਂ ਯਾਦ ਕਰਦਾ। ਸਭ ਮਾਇਆ ਹੀ ਨਾਲ ਲਿਪਟ ਰਹੇ ਹਨ। ਫਿਰ ਗੁਰੂ ਨਾਨਕ ਜੀ ਕਿਹਾ, ਹੇ ਸ੍ਰੀ ਨਿਰੰਕਾਰ ਜੀ, ਮੁਝ ਕੋ ਤੁਸਾਂ ਇਸ ਸੰਸਾਰ ਵਿੱਚ ਭੇਜਿਆ ਹੈ, ਸੱਚ ਦਾ ਰਾਹ ਦ੍ਰਿੜਵਾਨ ਵਾਸਤੇ, ਸੱਚ ਦਾ ਰਾਹ ਦ੍ਰਿੜਾਵਣ ਵਾਸਤੇ। ਹੇ ਕਰਨ ਕਾਰਨ ਈਸ਼ਵਰ ਜੀ, ਮੇਰੀ ਇਹ ਅਰਜ਼ ਹੈ, ਆਪ ਨੇ ਇਸ ਸੰਸਾਰ 'ਤੇ ਮਿਹਰਬਾਨ ਹੋਣਾ ਹੈ। ਇਹ ਤੇਰੀ ਸਾਜਨਾ ਸਾਜੀ ਹੋਈ ਹੈ, ਕਿੰਨਾ ਕਿੰਨਾ ਜੀਵਾਂ ਕੋ ਆਪ ਨੇ ਰੱਖਣਾ ਹੈ। ਤਾਂ ਸ੍ਰੀ ਨਿਰੰਕਾਰ ਜੀ ਕਿਹਾ, ਹੇ ਨਾਨਕ, ਤੁਮ ਮੇਰਾ ਪਿਆਰਾ ਭਗਤ ਹੈ। ਮੇਰੇ ਨਾਮ ਦੇ ਸਾਥ ਤੇਰੀ
ਲਿਵ ਲੱਗੀ ਰਹਿੰਦੀ ਹੈ। ਹਰ ਵੇਲੇ ਤੂੰ ਮੇਰਾ ਹੀ ਧਿਆਨ ਰੱਖਦਾ ਹੈ ਤੇ ਮੈਂ ਤੇਰਾ ਕਹਿਣਾ ਕਿਉਂ ਨਾ ਕਰਾਂਗਾ। ਹੇ ਨਾਨਕ, ਜਿਉਂ ਤੇਰੀ ਮਰਜ਼ੀ ਹੈ ਮੈਂ ਤਿਵੇਂ ਹੀ ਕਰਾਂਗਾ। ਹੇ ਨਾਨਕ ਜੀ, ਤੂੰ ਸਾਰੇ ਸੰਸਾਰ ਵਿੱਚ ਮੇਰਾ ਨਾਮ ਜਪਾਓ। ਜਹਾਂ ਕਹਾਂ ਮੇਰੇ ਨਾਮ ਕਾ ਚੱਕਰ ਫੇਰ। ਦੇਹ ਖੰਡਾਂ ਬ੍ਰਹਮੰਡਾਂ ਵਿੱਚ ਜਾ ਕੇ ਮੇਰਾ ਨਾਮ ਸੁਣਾਓ। ਅਤੇ हे ਨਾਨਕ ਭਗਤ, ਜੇ ਕੋਈ ਤੇਰੇ ਪੰਥ में ਆਵੇਗਾ ਤਿਸ ਕੋ ਸੰਸਾਰ ਵਿੱਚ ਭੀ ਰੱਖਾਂਗਾ ਔਰ ਅੰਤ ਕੋ ਮੈਂ ਆਪਣੀ ਪੁਰੀ ਵਿਖੇ ਨਿਵਾਸ ਦੇਵਾਂਗਾ, ਜਹਾਂ ਉਹ ਪ੍ਰਾਣੀ ਕੋ ਸੁਖ ਪ੍ਰਾਪਤ ਹੋਵੇਗਾ। ਜੋ ਕੋਈ ਤੇਰੇ ਕਹੇ ਨਾ ਲੱਗੇਗਾ ਤਿਸ ਵਾਸਤੇ ਮੈਂ ਸੰਸਾਰ ਵਿੱਚ ਦੁੱਖ ਨੂੰ ਭੇਜਿਆ ਹੈ। ਉਹ ਪ੍ਰਾਣੀ ਦੁੱਖ ਦੀ ਪੀੜਾ ਸਹਿਣਗੇ। ਅਤੇ हे ਨਾਨਕ ਭਗਤ, ਜਿਸ ਪ੍ਰਾਣੀ ਦੇ ਮਨ में ਤੇਰਾ ਨਾਮ ਹੋਵੇਗਾ, ਮੁਖ ਕਰਕੇ ਤੇਰੇ ਨਾਮ ਕੋ ਜਪੇਗਾ, ਤਿਸ ਪ੍ਰਾਣੀ ਦੀ ਸਭ ਵਾਸ਼ਨਾ ਮੈਂ ਪੂਰੀ ਕਰਾਂਗਾ। ਤੂੰ ਮੇਰਾ ਵੱਡਾ ਪਿਆਰਾ ਭਗਤ ਹੈ। हे ਨਾਨਕ ਜੀ, ਜਿਸ ਭਾਵਨੀ ਕਰ ਅਤੇ ਜਿਸ ਪ੍ਰਕਾਰ ਮੈਨੂੰ ਜੋ ਪ੍ਰਾਣੀ ਯਾਦ ਕਰਦੇ ਹਨ, ਉਸ ਪ੍ਰਾਣੀ ਕੋ ਤਿਸ ਪ੍ਰਕਾਰ ਯਾਦ ਕਰਤਾ ਹੈ। हे ਨਾਨਕ ਜੀ, ਸਵਾਸ ਸਵਾਸ ਜੇ ਤੂੰ ਮੇਰਾ ਨਿਰਵਿਘਨ ਭਜਨ ਕਰਦਾ ਹੈ, ਮੈਂ ਤੇਰੇ ਪੰਥ में ਆਏ ਕੋ ਤੇਰਾ ਨਾਮ ਲੈਣ ਵਾਲੇ ਕੋ ਸਰਬ ਪ੍ਰਕਾਰ ਸੁਖ ਦੇਵਾਂਗਾ ਔਰ ਨਾਲੇ ਜਮ ਦੀ ਸਾਸਨਾ ਤੋਂ ਛੁਡਾਵਾਂਗਾ। ਤਿਨ ਕੋ ਜਮਰਾਜ ਦਾ ਦਰਸ਼ਨ ਕभी ਨਹੀਂ ਹੋਵੇਗਾ। ਇਹ ਬਚਨ ਸੁਣ ਕਰ ਗੁਰੂ ਨਾਨਕ ਜੀ ਸ੍ਰੀ ਨਿਰੰਕਾਰ ਜੀ ਅੱਗੇ ਮੱਥਾ ਟੇਕਿਆ। ਬੜੀ ਉਸਤਤ ਕਰੀ। हे ਭਗਵੰਤ, ਤੁਮ ਸਰਨ ਪਾਲਕ ਹੋ, ਮੈਂ ਤੇਰੀ ਸਰਨ ਹੋ। ਇਹ ਕਹਿ ਕਰ ਨਾਨਕ ਜੀ ਨਿਰੰਕਾਰ ਦੇ ਧਿਆਨ ਥੀ ਉਪਰਾਮ ਉਥਾਨ ਹੋਏ ਕੇ ਸੰਸਾਰੀ ਸੁਭਾਅ में ਆਏ। ਸਮਾਧ ਬਿਰਤੀ ਤੇ ਉੱਠ ਕਰ ਲੱਗੇ ਲੋਕਾਂ ਕੋ ਸ੍ਰੀ ਪਰਮੇਸ਼ਰ ਜੀ ਦਾ ਨਾਮ ਦੜਾਵਣ ਅਤੇ ਧਰਮ ਦੀਆਂ ਬਾਤਾਂ ਦਾ ਉਪਦੇਸ਼ ਕਰਨ। ਜਿਸ ਕਰਕੇ ਲੱਗੇ ਸਭ ਲੋਕ ਸੁਖੀ ਰਹਿਣ, ਦੁੱਖ ਦੀ ਪੀੜਾ ਕੋ ਨਾ ਪਾਵਣ ਅਤੇ ਲੱਗੇ ਪਰਲੋਕ ਵਿੱਚ ਮੁਕਤ ਪਾਵਣ। ਲੋਕਾਂ ਕੋ ਇਹ ਕਹਿਣ, हे ਭਾਈ ਪਰਮੇਸ਼ਰ ਦੇ ਪਿਆਰਿਓ, ਭਗਵੰਤ ਨੇ ਵੇਦਾਂ ਪੁਰਾਣਾਂ ਸ਼ਾਸਤਰਾਂ ਵਿੱਚ ਵੀ ਇਹੋ ਲਿਖਿਆ ਹੈ ਕਿ ਜੋ ਕੋਈ ਮੇਰਾ ਭਜਨ ਕਰੇਗਾ ਉਸ ਨੂੰ ਮੈਂ ਆਪਣੀ ਸਦਗਤੀ ਦੇਵਾਂਗਾ ਔਰ ਸੰਸਾਰ ਵਿੱਚ ਸੁਖਾਲਾ ਰੱਖਾਂਗਾ, ਨਹੀਂ ਤਾਂ ਦੁੱਖ ਪਾਵਣਗੇ। ਰਾਮ ਦੇ ਲੋਕੋ, ਪਰਮੇਸ਼ਰ ਦੀ ਯਾਦ ਵਿੱਚ ਰਹੋ, ਭੁਲਾਵੇ ਨਹੀਂ ਪਰਮੇਸ਼ਰ ਕੋ। ਇਸ ਦੇ ਪਰਥਾਏ ਗੁਰੂ ਨਾਨਕ ਜੀ ਸ਼ਬਦ ਕਿਹਾ। ਗੌੜੀ ਦੀਪਕੀ ਮਹੱਲਾ ਪਹਿਲਾ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸਮਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਓ ਤੇਲ। ਦੇ ਸਜਣ ਅਸੀਸੜੀਆਂ, ਜੋ ਹੋਵੈ ਸਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ, ਨਾਨਕ ਸੇ ਦੇਹ ਆਵਨ। ਤਿਸ ਕਾ ਪਰਮਾਰਥ ਸੁਣੋ ਭਾਈ ਲੋਕੋ। ਸ੍ਰੀ ਪਰਮੇਸ਼ਰ ਜੀ ਦੀ ਆਗਿਆ ਹੈ, ਜੋ ਕੋਈ ਪ੍ਰਾਣੀ ਸ੍ਰੀ ਪਰਮੇਸ਼ਰ ਜੀ ਦੀਆਂ ਵਡਿਆਈਆਂ ਦਾ ਵਿਚਾਰ ਕਰੇਗਾ, ਸੋਈ ਪ੍ਰਾਣੀ ਸੁਖ ਪਾਵੇਗਾ ਔਰ ਮੁਕਤ ਪਦਵੀ ਵੀ ਪਾਵੇਗਾ। ਅਤੇ ਜਹਾਂ ਸਾਧ ਸੰਗਤ ਹੋਵੇ ਤਹਾਂ ਬੈਠਣਾ ਔਰ ਪਰਮੇਸ਼ਰ ਜੀ ਦਾ ਨਾਮ ਸਿਮਰਨ ਕਰੋ ਅਤੇ ਸ੍ਰੀ ਪਰਮੇਸ਼ਰ ਜੀ ਦੇ ਸੋਹਿਲੇ ਗਾਓ। ਤਾਂ हे ਰਾਮ ਜਨੋ, ਤੁਹਾਨੂੰ ਵੀ ਸੁਖ ਪ੍ਰਾਪਤ ਹੋਵੇਗਾ। ਤਾਂ ਫੇਰ ਸ੍ਰੀ ਗੁਰੂ ਜੀ ਕਹਿੰਦੇ ਹਨ, 84 ਲੱਖ ਜੀ ਜੋਨ ਹੈ, ਤਿੰਨਾਂ ਕੋ ਸੰਭਾਲ ਕਰ ਪਰਮੇਸ਼ਰ ਰਿਜ਼ਕ ਪਿਆ ਦਿੰਦਾ ਹੈ। ਪਰਮੇਸ਼ਰ ਦੀ
ਗਤੀ ਦਾ ਸੁਮਾਰ ਕੋਈ ਨਹੀਂ। ਕਿਹਾ ਜਾਂਦਾ ਹੈ ਪਰਮੇਸ਼ਰ ਦਾ ਸਿਮਰਨ ਕਰਨਾ ਹੀ ਅੱਛਾ ਹੈ। ਜਿਸ ਕਰਕੇ ਸਾਹਿਬ ਕੋ ਮਿਲੀਏ। ਸੁਣੋ ਹੇ ਸੰਤ ਜਨੋ, ਉਹ ਪਰਮੇਸ਼ਰ ਬੜਾ ਬੇਸ਼ੁਮਾਰ ਹੈ। ਤਿਸ ਸਾਹਿਬ ਕੀ ਗਤੀ ਕੋ ਸੰਤ ਜਨ ਜਾਣਦੇ ਹਨ ਅਤੇ ਉਹਨਾਂ ਦੀਆਂ ਅਸੀਸਾਂ ਹੀ ਪਰਮੇਸ਼ਰ ਜੀ ਸੁਣਦਾ ਹੈ। ਸੋ ਪ੍ਰਾਣਿਓ, ਤਿੰਨਾਂ ਸੰਤਾਂ ਦੀ ਸੇਵਾ ਟਹਿਲ ਕਰਕੇ ਆਸ਼ੀਰਵਾਦ ਖੁਸ਼ੀ ਸੰਤਾਂ ਦੀ ਲਵੋ। ਜੋ ਜੀਵਾਂ ਦੇ ਵਾਸਤੇ ਭਲਾ ਕਹਿਣ ਤਾਂ ਪਰਮੇਸ਼ਰ ਭਲਾ ਕਰਦਾ ਹੈ। ਸੰਤ ਜਨੋ, ਇਹ ਜੀਵ ਜੋ ਪਰਮੇਸ਼ਰ ਨੇ ਸੰਸਾਰ ਵਿੱਚ ਭੇਜੇ ਹਨ, ਸੋ ਉਸੀ ਵੇਲੇ ਇਹਨਾਂ ਜੀਆਂ ਦੇ ਸਾਹੇ ਵੀ ਨਾਲ ਹੀ ਲਿਖ ਪਾਏ ਹਨ। ਇੰਨਾ ਚਿਰ ਇਹ ਜੀਵ ਸੰਸਾਰ ਵਿੱਚ ਰਹੇਗਾ। ਔਰ ਇਤਨੇ ਦਿਨਾਂ ਕੋ ਤੂੰ ਸੰਸਾਰ ਤੋਂ ਆਏ ਜਾਵੇਗਾ ਅਤੇ ਜੋ ਕੁਛ ਭਗਤ ਸੰਸਾਰ ਵਿੱਚ ਰਹੇਗਾ, ਜੋ ਕੁਛ ਭਗਤ ਸੰਸਾਰ ਵਿੱਚ ਰਹੇਗਾ ਤਾਂ ਮੇਰੇ ਤਾਈਂ ਆਏ ਮਿਲੇਗਾ। ਅਤੇ ਜੇਕਰ ਤੂੰ ਹਮ ਕੋ ਵਿਸਾਰੇਗਾ, ਮੈਂ ਤੈਨੂੰ ਨਰਕ ਵਿੱਚ ਪਾਈ ਛੱਡਾਂਗਾ। ਉਸ ਵੇਲੇ ਇਸ ਪ੍ਰਾਣੀ ਨੇ ਨਾਮ ਹੀ ਸਿਮਰਨੇ ਕਾ ਕਰਾਰ ਕੀਤਾ ਸੀ ਤਾਂ ਸੰਸਾਰ ਵਿੱਚ ਆਇਆ ਸੀ। ਇਸ 'ਤੇ ਉਸ ਪ੍ਰਾਣੀ ਕੋ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਸੰਸਾਰ ਵਿੱਚ ਇਸ ਪ੍ਰਾਣੀ ਨੇ ਆਏ ਕੇ ਮਾਇਆ ਦੀ ਲਹਿਰ ਨਾਲ ਮਿਲ ਕੇ ਪਰਮੇਸ਼ਰ ਕੋ ਵਿਸਾਰ ਦਿੱਤਾ ਹੈ। ਸੋ ਸਾਹੇ ਵਿੱਚ ਤੇਲ ਪਾਇਆ ਹੈ ਅਤੇ ਜਿਉਂ ਉਸ ਜੀਵ ਕੋ ਵਿਆਹੁਣਹਾਰਾ ਵਿਆਹ ਕੇ ਲੈ ਜਾਂਦਾ ਹੈ, ਤਾਂ ਇਸੇ ਤਰ੍ਹਾਂ ਇੱਕ ਦਿਹਾੜੇ ਜੀਵ ਕੋ ਵੀ ਜਮ ਮਾਰ ਕੇ ਲੈ ਜਾਵੇਗਾ। ਤਾਂ ਗੁਰੂ ਜੀ ਕਿਹਾ, ਸੰਤ ਜਨੋ, ਜਿਨ ਪ੍ਰਵਾਣਿਓ ਤੁਸਾਂ ਜਿਹੇ ਨੇ ਪਰਮੇਸ਼ਰ ਦਾ ਆਰਾਧਨਾ ਕੀਤਾ ਹੈ, ਸੋ ਤੁਸੀਂ ਮੈਨੂੰ ਇਹ ਆਸ਼ੀਰਵਾਦ ਕਰੋ, ਹੁਣ ਹੀ ਮੇਰੇ ਜੀ ਦਾ ਪਰਮੇਸ਼ਰ ਨਾਲ ਮੇਲ ਹੋਵੇ। ਅਤੇ ਸੁਣੋ ਹੇ ਸੰਤ ਜਨੋ, ਇਹ ਜੋ ਸਾਹਾ ਹੈ ਸੋ ਇਸ ਕਾ ਨਹੀਂ। ਔਰ ਜਿੰਨੇ ਪ੍ਰਿਥਵੀ ਵਿੱਚ ਜੀਵ ਹਨ ਅਤੇ ਨਿਤਾ ਪ੍ਰਤੀ ਇੱਕ ਜੀਵ ਆਉਂਦੇ ਹਨ ਇੱਕ ਜਾਂਦੇ ਹਨ, ਤਾਂ ਪਰਮੇਸ਼ਰ ਜੀ ਇਸ ਪ੍ਰਾਣੀ ਕੋ ਸਜਾਇੰਦਾ ਹੈ ਤਾਂ ਢਿੱਲ ਰੱਤੀ ਵੀ ਨਹੀਂ ਲੱਗਦੀ। ਔਰ ਜਿਤਨਾ ਚਿਰ ਸੰਦਾਇੰਦਾ ਨਹੀਂ ਤਿਚਰ ਚਿਰ ਪ੍ਰਾਣੀ ਨਾਮ ਹੀ ਸਿਮਰਨ ਲਵੇ। ਹੁਣ ਓੜਕ ਦੇ ਦਿਨ ਨਜ਼ਦੀਕ ਆਉਂਦੇ ਹਨ। ਜੋ ਕੋਈ ਨਾਮ ਸਿਮਰੇਗਾ ਸੋਈ ਪਰਮੇਸ਼ਰ ਕੋ ਮਿਲੇਗਾ। ਔਰ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਮੰਨਿਆ ਹੈ ਅਤੇ ਨਾਮ ਸਿਮਰਿਆ ਹੈ, ਸੋ ਤਿਸ ਕੋ ਸਭ ਕੁਛ ਪ੍ਰਾਪਤ ਹੋਵੇਗਾ। ਗੁਰੂ ਨਾਨਕ ਜੀ ਐਸਾ ਪਰਮੇਸ਼ਰ ਜੀ ਕਾ ਨਾਮ ਸਿਮਰਿਆ ਅਤੇ ਜਗਤ ਦੇ ਲੋਕਾਂ ਪਾਸੋਂ ਸਿਮਰਾਇਆ। ਜੋ ਵਾਹਿਗੁਰੂ ਦਾ ਨਾਮ ਲੱਗਾ ਅਨਾਹਦ ਧੁਨ ਕਰਨ ਆਰਾਧਨ, ਜਗਤ ਦੇ ਵਿੱਚ ਘਰ ਘਰ ਵਿੱਚ ਲੱਗਾ ਕੀਰਤਨ ਹੋਵਣ। ਗੁਰੂ ਨਾਨਕ ਜੀ ਦੇ ਨਾਮਦਾਨ ਦਇਆ ਧਰਮ ਪਰਉਪਕਾਰ ਸੰਸਾਰ ਕੋ ਐਸਾ ਦਿਹੜਾਇਆ, ਜੋ ਸੰਸਾਰ ਕੇ ਲੋਕ ਪ੍ਰਸੰਨ ਹੋਏ ਕਰ ਪਰਮੇਸ਼ਰ ਜੀ ਕੇ ਪਾਸ ਲੱਗੇ ਆਵਣ। ਤਾਂ ਇੱਕ ਦਿਨ ਸ੍ਰੀ ਨਿਰੰਕਾਰ ਜੀ ਦੀ ਆਗਿਆ ਹੋਈ, ਹੇ ਨਾਨਕ ਤੂੰ ਮੇਰੇ ਪਾਸ ਆਓ। ਤਾਂ ਫਿਰ ਗੁਰੂ ਨਾਨਕ ਜੀ ਸੱਚੀ ਦਰਗਾਹ ਵਿੱਚ ਜਾ ਹਾਜ਼ਰ ਹੋਏ। ਤਾਂ ਨਿਰੰਕਾਰ ਜੀ ਕਿਹਾ, ਹੇ ਨਾਨਕ ਜੀ, ਤੂੰ ਮੇਰਾ ਨਾਮ ਜਗਤ ਵਿੱਚ ਅਤੇ ਸੰਸਾਰ ਕੋ ਦ੍ਰਿੜਾਈ। ਗੁਰੂ ਜੀ ਕਿਹਾ, ਤੂੰ ਆਪ ਹੀ ਕਰਨ ਕਾਰਨ ਹੈ, ਘਟ ਘਟ ਦੇ ਜਾਣਨਹਾਰ ਹੈ, ਸਰਬ ਕਾ ਪਰਮੇਸ਼ਰ ਹੈ। ਜੋ ਚਾਹੁੰਦਾ ਹੈ ਸੋਈ ਕਰਦਾ ਹੈ, ਜਿਸ ਪਾਸੋਂ ਜੀਆਂ ਕੋ ਪ੍ਰੇਰਦਾ ਹੈ ਸੋਈ ਉਹ ਜੀਵ ਕਰਦੇ ਹਨ। ਅਤੇ ਹੇ ਮੇਰੇ ਪ੍ਰਭੂ ਜੀ, ਆਪ ਕਾ ਜੋ ਬਚਨ ਹੈ, 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਰਹਾਓ ਵਿਸਵੇ ਚਸੀਆਂ ਘੜੀਆਂ, ਪਹਿਰਾ ਤਿਥੀ ਵਾਰੀ ਮਉ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ,
ਇਸ ਦਾ ਪਰਮਾਰਥ, ਹੇ ਗਰੀਬ ਨਵਾਜ ਜੀ, ਤੇਰੇ ਕੀਤੇ ਹੋਏ 6 ਘਰ ਹਨ ਅਤੇ 6 ਹੀ ਗੁਰੂ ਹਨ। ਜੋਗੀ, ਸੰਨਿਆਸੀ, ਗ੍ਰਸਤੀ, पंडित, वैष्णो, ब्रह्मचारी, ਇਹ ਸਭ ਕੋ ਆਪਣੇ ਉਪਦੇਸ਼ ਕੋ ਲੈ ਕਰ ਤਿਸ ਦੇ ਅਨੁਸਾਰ ਪਰਮੇਸ਼ਰ ਦੀ ਸਲਾਹਤਾ ਕਰਦੇ ਹਨ। ਸਭ ਕੋਈ ਆਪਣੇ ਆਪਣੇ ਉਪਦੇਸ਼ ਵਿੱਚ ਚੱਲਦੇ ਹਨ। ਹੇ ਪ੍ਰਭੂ ਜੀ, ਇਹਨਾਂ 6 ਸ਼ਾਸਤਰਾਂ ਦਾ, ਇਹਨਾਂ ਦੇ ਉਪਦੇਸ਼ ਦਾ, ਇਹਨਾਂ ਦਾ ਗੁਰੂ ਤੂੰ ਆਪ ਹੀ ਹੈ। ਇਹ ਸਭ ਤੇਰੇ ਕੀਤੇ ਹੋਏ ਹਨ। ਜਿਤਨੇ ਵੇਸ ਹਨ ਇਹ ਸਭ ਤੇਰੇ ਹਨ। ਤੈਥੀ ਬਿਨਾ ਕੋਈ ਸਥਾਨ ਸ਼ੋਭਦਾ ਨਹੀਂ। ਜਿਹੜੇ ਤੁਮ ਕੋ ਭਾਵਦੇ ਹਨ ਤਿਨਾਂ ਦੀ ਤੁਮ ਪਤ ਰੱਖਦਾ ਹੈ, ਪਰ ਤਿਨਾਂ ਦੀ ਘਾਲ ਥਾਂ ਪਾਵੇਂਗਾ। ਪਰ ਹੇ ਪ੍ਰਭੂ ਜੀ, ਤੇਰਾ ਬਚਨ ਹੈ, ਜਿੱਥੇ ਮੇਰਾ ਨਾਮ ਜਪੀਦਾ ਹੈ ਅਤੇ ਮੇਰੀ ਸਿਫਤ ਹੋਵੇਗੀ, ਉਸ ਅਸਥਾਨ ਮੇਰਾ ਹੈ। ਮੈਂ ਉਸ ਅਸਥਾਨ ਵਿੱਚ ਰਹਿੰਦਾ ਹਾਂ। ਹੇ ਪ੍ਰਭੂ ਜੀ, ਇਹ ਵਡਿਆਈਆਂ ਸਭ ਤੇਰੀਆਂ ਹਨ। ਔਰ ਜਹਾਂ ਤੇਰਾ ਕੀਰਤਨ ਹੁੰਦਾ ਹੋਵੇ ਉਸ ਘਰ ਦੀ ਰਸਮ ਤੁਮ ਕੋ ਹੈ, ਜੋ ਤੁਸੀਂ ਉਸ ਘਰ ਦੀ ਪੱਤ ਰੱਖਣੀ ਹੈ। ਤੇ ਪਾਰ ਬ੍ਰਹਮ ਜੀ, ਇਸ ਆਪਣੇ ਮੇਰੀ ਅਰਜ਼ ਮੰਨ ਲੈਣੀ ਜੀ। ਜੇ ਇਸ ਬਾਤ ਸੁਣ ਕੇ ਸ੍ਰੀ ਪਾਰ ਬ੍ਰਹਮ ਜੀ ਕਿਹਾ, ਹੇ ਨਾਨਕ ਜੀ, ਜੋ ਕੋਈ ਮੇਰਾ ਜਸ ਕਰੇਗਾ, ਮੈਂ ਉਹ ਭਾਵੇਂ ਕੈਸਾ ਖੋਟਾ ਪੁਰਸ਼ ਹੋਵੇਗਾ ਤੋ ਮੈਂ ਉਸ ਕੋ ਬਖਸ਼ ਲਵਾਂਗਾ। ਫਿਰ ਸ੍ਰੀ ਗੁਰੂ ਜੀ ਨੇ ਪਾਰ ਬ੍ਰਹਮ ਕੀ ਸਿਫਤ ਕੀਤੀ। ਪਾਰ ਬ੍ਰਹਮ ਜੀ, ਤੇਰੇ ਵਿਸਵੇ ਚੱਸੇ, ਘੜੀਆਂ, ਪਹਿਰਾ, ਤਿਥੀ, ਮਹੀਨੇ, ਬਰਸ ਜਿਹੜੇ ਹਨ, ਸੋ ਇਤਨੀਆਂ ਵਿੱਚ ਤੁਮ ਕਰ ਕਰਕੇ ਕੋਈ ਵੇਸਾਂ ਕਰ ਖੇਲਤਾ ਹੈ। ਅਰ ਹੇ ਪ੍ਰਭੂ ਜੀ, ਮੁਝ ਕੋ ਇਹ ਦਾਨ, ਇਹ ਜੀ ਜਿਹੜੇ ਵਿਸਵੇ, ਚੱਸੇ, ਘੜੀਆਂ, ਪਹਿਰਾਂ, ਤਿਥੀ, ਮਹੀਨੇ, ਬਰਸ, ਰੁੱਤੀ, ਵਾਰ, ਸੋ ਇਹਨਾਂ ਵਿੱਚ ਮੈਨੂੰ ਵਿਸਰੇ ਨਹੀਂ। ਤਾਂ ਸ੍ਰੀ ਨਿਰੰਕਾਰ ਜੀ ਕਿਹਾ, ਹੇ ਨਾਨਕ ਜੀ, ਤੁਮ ਬੜਾ ਜੋਹਦ ਕਰਨੇ ਵਾਲਾ ਹੈ। ਤੁਮ ਬੜੇ ਜੋਹਦ ਕੀਤੇ ਹਨ। ਔਰ ਦਾਨ ਵੀ ਐਸਾ ਮੰਗਦਾ ਹੈ ਜਿਸ ਵਿੱਚ ਮੈਂ ਖੁਸ਼ੀ ਹੋਵਾਂ। ਜੇ ਸ੍ਰੀ ਨਾਨਕ ਜੀ ਕੋਈ ਤੇਰਾ ਨਾਮ ਲਵੇਗਾ ਸੋ ਮੈਂ ਜਿਸ ਵਿੱਚ ਮੈਂ ਖੁਸ਼ੀ ਹੋਵਾਂ ਉਸ ਦੀ ਮੁਕਤ ਕਰਾਂਗਾ। और जो कोई वाहिगुरु जी का नाम जपेगा तो औरों को जपावेगा सो सदा ही सुखी रहेगा। और फिर परमेश्वर पार ब्रह्म जी ने कहा, हे नानक जी, जहाँ कीर्तन हुंदा है तहाँ आरती भी चाहिदी है। जो देखा मेरी आरती तुम कैसी करी है, ये मुझको पढ़कर सुनाओ। ਤਾਂ ਸਤਿਗੁਰ ਜੀ ਕਿਹਾ, ਹੇ ਪਾਰ ਬ੍ਰਹਮ ਜੀ, ਜੇ ਵੀ ਤੁਸਾਂ ਮੈਨੂੰ ਮੱਤ ਦਿੱਤੀ ਹੈ ਸੋ ਤੇ ਹੀ ਮੈਂ ਕਹਿੰਦਾ ਹਾਂ। ਸ੍ਰੀ ਗੁਰੂ ਜੀ ਕਰਤੇ ਪੁਰਖ ਅੱਗੇ ਮੱਥਾ ਟੇਕ ਕੇ ਔਰ ਖੜੇ ਹੋਏ ਕਰ ਆਰਤੀ ਲੱਗੇ ਗਾਵਣ। ਰਾਗ ਧਨਾਸਰੀ ਮਹੱਲਾ ਪਹਿਲਾ। ਗगन में थाल रव चंद दीपक बने, तारका मंडल जनक मोती, धूप मल्यान लो पवन चवरो कराए, सगल बनराए फुलंत ज्योति। कैसी आरती होए पवखंडना तेरी आरती, अनहता शब्द वाजंत पेरी रहाओ। सहस तव नैन नन नैन होय तो क्यों, सहस मूर्त ननायक तो ही। सहस पद बिमल नानेक पद गंध, बिन सहस तव गांधे विच चलत मोही। सब में जोत जोत है सोए, तिसदै चानण सब में चानण होए। गुर साखी जोत प्रगट होए, जो तिस भावै सो आरती होए। हर चरण कमल मकरंद लोभत मनो, अनदिनो मोहे आई प्यासा। ਕਿਰਪਾ ਜਲ ਦੇਹੁ ਨਾਨਕ ਸਾਰੰ ਕਿਉ ਹੋਏ, ਜਾਂ ਤੇਰੇ ਨਾਉ ਵਾਸਾ। ਜਿਸ ਕਾ ਪਰਮਾਰਥ ਸ੍ਰੀ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਹੇ
ਪਾਰਬ੍ਰਹਮ ਜੀ। ਗਗਨ ਆਕਾਸ ਅਰ ਧਰਤੀ ਜੋ ਹੈ, ਇਹੋ ਦੋਵੇਂ ਮੰਡਲ ਹਨ, ਇਹ ਦੋਨੋਂ ਤੇਰੀ ਆਰਤੀ ਕਰਦੇ ਹਨ। ਥਾਲ ਹਨ ਅਰ ਚੰਦ ਸੂਰਜ ਵਿੱਚ ਜੋਤਾਂ ਜਗ ਰਹੀਆਂ ਹਨ, ਅਰ ਆਕਾਸ਼ ਵਿੱਚ ਤਾਰੇ ਹਨ ਜੋ ਤੇਰੇ ਥਾਲ ਵਿੱਚ ਮੋਤੀ ਹਨ। ਪਵਨ ਜੋ ਝੂਲਤਾ ਹੈ, ਇਹ ਚਵਰ ਹੈ, ਔਰ ਇਤਨੀ ਬਨਰਾਏ ਹੈ ਜੋ ਤੁਮਕੋ ਫੂਲ ਚੜ੍ਹਦੇ ਹਨ। ਭਵ ਖੰਡਨਾ ਸੰਸਾਰ ਮਾਇਆ ਤੋਂ ਦੂਰ ਕਰਕੇ ਆਪਣੇ ਚਰਨੀ ਲਗਾਏ ਲੋ ਮੇਰੀ, ਤਾਏ ਤਾਂ ਇਹ ਤੇਰੀ ਆਰਤੀ ਹੈ। ਹਰ ਏਕ ਸਮੇਂ ਹੋਏ ਰਹੀ ਹੈ, ਅਨਾਹਦ ਸ਼ਬਦ ਮੇ ਵੱਜਦੇ ਹਨ ਤੇਰੇ ਦੁਆਰ ਉੱਪਰ ਹਰ ਵੇਲੇ। ਜਿਨ੍ਹਾਂ ਸ਼ਬਦਾਂ ਦੀ ਹੱਦ ਨਹੀਂ, ਸੋ 10ਵੇਂ ਦੁਆਰ ਵੱਜਦੇ ਹਨ। ਹੇ ਨਿਰੰਕਾਰ ਜੀ, ਜਿਤਨੇ ਜਗਤ ਵਿੱਚ ਜੀਵ ਹਨ, ਤਿੰਨਾਂ ਦੇ ਮੁੱਖ ਜੋ ਹਨ ਅਰ ਨੇਤਰ ਹਨ, ਤਿੰਨਾਂ ਵਿੱਚ ਸਾਰੇ ਤੇਰੀ ਹੀ ਜੋਤ ਜਗਦੀ ਹੈ, ਅਤੇ ਤੇਰੀ ਜੋਤ ਕਰਕੇ ਉਹਨਾਂ ਕੋ ਉਜਾਲਾ ਹੈ। ਅਰ ਸਹਸਰ ਜੀ ਤੇਰੇ ਚਰਨ ਹਨ, ਨਿਰਮਲ ਅਨੇਕ ਹੀ ਗੰਧਰਵ ਤੇਰੇ ਚਲਤ ਚਲਿੱਤਰ ਹਨ, ਜਿਨ੍ਹਾਂ ਦਾ ਅੰਤ ਕੋਈ ਨਹੀਂ ਪਾ ਸਕਦਾ। ਮੈਂ ਤੇਰੀ ਆਰਤੀ ਕਿਉਂ ਕਰ ਸਕਾਂ ਜੀ, ਬ੍ਰਹਮਾਂਡਕ ਦੇਵਤਾ ਅੰਤ ਨਹੀਂ ਪਾਉਂਦੇ। ਤੇ ਸ੍ਰੀ ਠਾਕੁਰ ਜੀ, ਜਿਸਨੇ ਜਿਤਨੇ ਜੀ ਹਨ, ਤਿੰਨਾਂ ਸਭਨਾਂ ਵਿੱਚ ਤੇਰੀ ਹੀ ਜੋਤ ਹੈ ਔਰ ਤੇਰਾ ਰੂਪ ਹੈ। ਹੇ ਪਰਮੇਸ਼ਰ ਜੀ, ਤਿੰਨਾਂ ਸਰਬ ਘਟਾਂ ਵਿਖੇ ਤੂੰ ਆਪ ਹੀ ਸਮਾਈ ਰਿਹਾ ਹੈ, ਅਤੇ ਹੇ ਸ੍ਰੀ ਨਿਰੰਕਾਰ ਜੀ, ਤਿੰਨਾਂ ਵਿੱਚ ਤੇਰੀ ਜੋਤ ਕਰਕੇ ਚਾਨਣਾ ਹੈ, ਅਤੇ ਤੇਰੀ ਹਰ ਤਰ੍ਹਾਂ ਹੋਰ ਦੂਸਰਾ ਕੋਈ ਨਹੀਂ। ਸ੍ਰੀ ਠਾਕੁਰ ਜੀ, ਹੇ ਪ੍ਰਭੂ ਜੀ, ਤੇਰੇ ਚਰਨ ਕਮਲ ਜੋ ਹਨ, ਸੋ ਤਿੰਨਾਂ ਕਾ ਹਮਕੋ ਆਸਰਾ ਹੈ, ਔਰ ਤੇਰੇ ਚਰਨ ਰੂਪ ਕਮਲਾਂ ਦਾ ਲੋਭੀ ਜੋ ਮੇਰਾ ਮਨ ਰੂਪੀ ਭੰਵਰਾ ਹੈ, ਔਰ ਕਮਲ ਮੈਂ ਰੱਜ ਜੋ ਹੋਤੀ ਹੈ, ਸੋ ਤੇਰੇ ਚਰਨ ਕਮਲਾਂ ਦੀ ਰੱਜ ਜੋ ਚਰਨ ਰੱਜ ਹੈ, ਸੋ ਮੇਰੇ ਕੋ ਮਿਲੇ। ਅਨ ਦਿਨ ਰਾਤ ਦਿਨ ਮੈਨੂੰ ਪਿਆਸ ਲੱਗੀ ਰਹਿੰਦੀ ਹੈ। ਕਿਰਪਾ ਰੂਪ ਜਲ ਹਮਕੋ ਦਿਓ ਮੇਰੇ ਕੋ। ਹੇ ਪ੍ਰਭੂ ਜੀ, ਤੇਰੇ ਚਰਨ ਕਮਲ ਜੋ ਹਨ, ਤਿੰਨਾਂ ਚਰਨਾਂ ਦੀ ਰੱਜ ਦਾ ਮੇਰਾ ਮਨ ਜੋ ਲੋਭੀ ਹੈ। ਹੇ ਪਰਮੇਸ਼ਰ ਜੀ, ਤੇਰੇ ਚਰਨਾਂ ਸਾਥ ਰਾਤ ਦਿਨ ਮਨ ਲੁਭਾਏ ਰਿਹਾ ਹੈ। ਤੇਰੇ जैसे चातक स्वाति बूंद को चाहता है, स्वाति नक्षत्र की बरखा को चातक चाਹੁੰਦਾ है, तैसे ही ठाकर जी तेरे नाम ਦੀ ਪਿਆਸ ਮੇਰੇ ਮਨ ਕੋ ਲੱਗੀ ਹੈ। ਸੋ ਕਿਰਪਾ ਕਰਕੇ ਆਪਣਾ ਨਾਮ ਦੀਜੀਏ। ਹੇ ਠਾਕੁਰ ਜੀ, ਤੇਰੇ ਨਾਮ ਦੀ ਪਿਆਸ ਲੱਗੀ ਹੈ, ਮੇਰਾ ਮਨ ਵਿਰਲਾਪ ਕਰਦਾ ਹੈ। ਤਾਂ ਸ੍ਰੀ ਨਿਰੰਕਾਰ ਜੀ ਕਿਹਾ, ਹੇ ਨਾਨਕ ਜੀ, ਮੇਰੀ ਕਿਰਪਾ ਤੇਰੇ ਉੱਪਰ ਬਹੁਤ ਹੈ। ਹੇ ਨਾਨਕ ਜੀ, ਮੈਂ ਤੇਰੇ ਨਾਲ ਸਦਾ ਹੀ ਅੰਗ ਸੰਗ ਰਹਿੰਦਾ ਹਾਂ। ਮੈਂ ਤੇਰਾ ਪੰਥ ਸਭ ਬਖਸ਼ਿਆ, ਅਤੇ ਮੈਂ ਤੇਰੀ ਸਿਫਤ ਕਰਨੇ 'ਤੇ ਬਹੁਤ ਪ੍ਰਸੰਨ ਹਾਂ, ਬੜਾ ਖੁਸ਼ੀ ਹੁੰਦਾ ਹਾਂ ਸੁਣ ਕੇ। ਔਰ ਹੇ ਨਾਨਕ ਜੀ, ਤੂੰ ਮੇਰੀ ਸਿਫਤ ਕਰਦਾ ਹੈ, ਸੋ ਤੇਰੀ ਸਿਫਤ ਮੈਂ ਸਹਾਰ ਨਹੀਂ ਸਕਦਾ। ਤੇਰੀ ਸਿਫਤ ਮੈਂ ਸਹਾਰ ਨਹੀਂ ਸਕਦਾ। ਕਿਸ ਵਾਸਤੇ ਜੋ ਤੂੰ ਮੇਰੀ ਸਿਫਤ ਕਰਦਾ ਹੈ, ਸੋ ਮੇਰਾ ਬੰਦਾ ਹੋਏ ਕੇ ਸਿਫਤ ਕਰਦਾ ਹੈ, ਅਤੇ ਤੁਮ ਆਪਣੇ ਆਪ ਕੋ ਕਿਸੇ ਜਗ੍ਹਾ ਨਹੀਂ ਜਾਣਿਆ, ਪਰ ਤੁਮ ਮੇਰੇ ਨਾਲ ਸ਼ਰੀਕਤ ਵੀ ਨਹੀਂ ਕਰਦਾ। ਪਰ ਹੁਣ ਨਾਨਕ ਜੀ, ਮੈਂ ਤੇਰੀ ਸਿਫਤ ਕਬੂਲ ਪਾਈ ਹੈ। ਸਾਰੇ ਸੰਸਾਰ ਵਿੱਚ ਤੇਰਾ ਨਾਉ ਪ੍ਰਸਿੱਧ ਹੋਵੇਗਾ, ਅਤੇ ਜੋ ਕੋਈ ਤੇਰੀ ਸਿਫਤ ਕਰੇਗਾ, ਮੈਂ ਉਸਕੋ ਬਖਸ਼ ਲਵਾਂਗਾ। ਤਾਂ ਸ੍ਰੀ ਗੁਰੂ ਨਾਨਕ ਜੀ ਨੇ ਨਿਰੰਕਾਰ ਅੱਗੇ ਮੱਥਾ ਟੇਕਿਆ, ਅਤੇ ਸੰਸਾਰੀ ਸੁਭਾਅ ਮੇਂ ਪ੍ਰਵਿਰਤ ਹੋਏ ਕੇ ਸਮਾਧ ਥੀ ਉਥਾਨ ਹੋਏ। ਸ੍ਰੀ ਨਿਰੰਕਾਰ ਦੇ ਧਿਆਨ ਥੀ ਉਥਾਨ ਹੋਏ ਕਰ ਸ੍ਰੀ ਵਾਹਿਗੁਰੂ ਜੀ ਕਾ ਨਾਮ ਆਪ ਜੀ ਜਪਦੇ ਹਨ, ਅਤੇ ਸੰਸਾਰੀ ਜੀਵਾਂ ਕੋ ਜਪਾਉਂਦੇ ਹਨ। ਜੇਕਰ ਹੋਰਨਾਂ ਪਾਸੋਂ ਵੀ ਜਾਪ ਕਰਾਉਂਦੇ ਹਨ, ਬਾਬੇ ਜੀ ਕੇ ਮਨ ਮੇ ਇਹ ਵਿਆਪੀ
जो सब संसार परमेश्वर दे नाम को जप कर उधरे और परम पद का अधिकारी होवे। बोलो जी वाहिगुरु।